ब्रेक तो बाद खबਰਾਂ ਸਿਲਸਿਲਾ ਇੱਕ ਵਾਰ ਫਿਰ ਤੋਂ ਜਾਰੀ ਇੱਕ ਵਾਰ ਫਿਰ ਅਸੀਂ ਗੱਲ ਕਰਦੇ ਹਾਂ ਬਹਿਬਲ ਕਲਾਂ ਗੋਲੀकांड ਦੇ ਮਾਮਲੇ ਵਿੱਚ ਥੋੜੀ ਦੇਰ ਦੇ ਵਿੱਚ ਐਸਆਈਟੀ ਦੇ ਸਾਹਮਣੇ ਸੁਖਬੀਰ ਸਿੰਘ ਬਾਦਲ ਪੇਸ਼ ਹੋਣਗੇ ਆਈਜੀਪੀ ਨੌਨਿਹਾਲ ਸਿੰਘ ਦੀ ਅਗਵਾਈ ਵਾਲੀ ਐਸਆਈਟੀ ਇਸ ਪੂਰੀ ਘਟਨਾ ਦੀ ਜਾਂਚ ਕਰ ਰਹੀ ਹੈ ਜਿਸ ਤਹਿਤ ਹੀ ਜਿਹੜਾ ਹੈ ਹੁਣ ਪੇਸ਼ ਹੋਣਾ ਹੈ ਅੱਜ ਸੁਖਬੀਰ ਸਿੰਘ ਬਾਦਲ ਨੇ ਐਸਆਈਟੀ ਨੇ ਸੁਖਬੀਰ ਸਿੰਘ ਬਾਦਲ ਨੂੰ 6 ਤਰੀਕ ਨੂੰ 6 ਸਤੰਬਰ ਨੂੰ ਪੇਸ਼ ਹੋਣ ਲਈ ਕਿਹਾ ਸੀ ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਇਹ ਸਾਫ਼ ਕਰ ਚੁੱਕੇ ਨੇ ਕਿ ਉਹ ਪੂਰੀ ਤਰ੍ਹਾਂ ਨਾਲ ਜਾਂਚ ਵਿੱਚ ਸਹਿਯੋਗ ਦੇਣਗੇ ਲੇਕਿਨ ਇਸ ਮੌਕੇ ਉਹਨਾਂ ਨੇ ਵਿਰੋਧੀਆਂ ਤੇ ਵੀ ਨਿਸ਼ਾਨੇ ਸਾਧੇ ਉਹਨਾਂ ਕਿਹਾ ਕਿ ਪਹਿਲਾਂ 5 ਸਾਲ ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ ਇਸ ਪੂਰੇ ਮਾਮਲੇ ਲੈ ਕੇ ਡਰਾਮੇਬਾਜ਼ੀ ਕਰ ਰਹੀ ਹੈ ਲੋਕਾਂ ਨੂੰ ਲਗਾਤਾਰ ਗੁੰਮਰਾਹ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਲਗਾਤਾਰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾਲ ਹੀ ਉਹਨਾਂ ਨੇ ਜ਼ਰੂਰ ਕਿਹਾ ਕਿ ਉਹ ਚਾਹੁੰਦੇ ਨੇ ਕਿ ਜੋ ਅਸਲ ਦੋਸ਼ੀ ਨੇ ਉਹਨਾਂ ਦੇ ਚਿਹਰੇ ਬੇਨਕਾਬ ਹੋਵੇ ਅਸਲ ਸੱਚ ਸਭ ਦੇ ਸਾਹਮਣੇ ਆਏ ਅਜੇ ਵਿਚਕਾਰ ਉਹਨਾਂ ਕਿਹਾ ਕਿ ਉਹ ਪੂਰੀ ਤਰ੍ਹਾਂ ਨਾਲ ਐਸਆਈਟੀ ਦਾ इस मामले में सहयोग करेंगे रमन लगातार बने हुए ने अपडेट पहुंचा रहे ने दर्शकों तक रमन की कुछ फिलहाल दी अपडेट आ रही है क्योंकि 11 बजे पेश होना है सुखबीर सिंह बादल ने बिल्कुल राधा क्योंकि हम कुछ ही देर के बाद सुखबीर सिंह बादल अपने घर तो जो निकल लगे ने और इस तो बाद सीधा पार्टी दफ्तर जाएंगे पार्टी दफ्तर की सीनियर लीडरशिप के नाल ਜਿਹੜਾ ਸਿੱਧੇ ਸੈਕਟਰ 32 ਜਾਣਗੇ ਜਿੱਥੇ ਐਸਆਈਟੀ ਦੇ ਸਾਹਮਣੇ ਉਹਨਾਂ ਨੇ ਪੇਸ਼ ਹੋਣਾ ਔਰ ਇਸ ਨੂੰ ਲੈ ਕੇ ਹੁਣ ਸੁਖਬੀਰ ਸਿੰਘ ਬਾਦਲ ਆਪਣੇ ਘਰ ਤੋਂ ਜਿਹੜਾ ਨਿਕਲਣ ਲੱਗੇ ਨੇ ਸਿੱਧਾ ਦਫ਼ਤਰ ਦੇ ਪਾਸੇ ਸਿੱਧਾ ਸੈਕਟਰ 32 ਜਿੱਥੇ ਐਸਆਈਟੀ ਦੇ ਸਾਹਮਣੇ ਉਹ ਪੇਸ਼ ਹੋਣ ਜਾ ਰਹੇ ਨੇ ਤਾਂ ਅੱਜ ਦਾ ਦਿਨ ਕਾਫੀ ਅਹਿਮ ਰਹਿਣ ਵਾਲਾ ਦਿਨ ਹੈ ਕਿਉਂਕਿ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਆ ਰਿਹਾ ਕਿ ਉਹ ਵੀ ਚਾਹੁੰਦੇ ਨੇ ਕਿ ਇਨਸਾਫ ਹੋਵੇ ਉਹ ਵੀ ਚਾਹੁੰਦੇ ਨੇ ਕਿ ਗੁਰੂ ਮਹਾਰਾਜ ਸਾਹਿਬ ਦੇ ਬੇਅਦਬੀ ਕਰਨ ਵਾਲੇ ਲੋਕਾਂ ਦਾ ਚਿਹਰਾ ਨੰਗਾ ਹੋਣਾ ਚਾਹੀਦਾ ਪੰਥ ਨੂੰ ਜਿਹੜਾ ਹੈਗਾ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਪੰਥ ਔਰ ਗ੍ਰੰਥ ਦੀ ਬੇਅਦਬੀ ਔਰ ਪੰਥ ਔਰ ਗ੍ਰੰਥ ਨਾਲ ਜੋ ਧੱਕਾ ਹੁੰਦਾ ਆਇਆ ਹੁਣ ਤੱਕ ਉਹ ਬਰਦਾਸ਼ਤ ਨਹੀਂ ਹੋਵੇਗਾ ਔਰ ਹਮੇਸ਼ਾ ਕਹਿੰਦਾ ਕਿ ਇਸ ਸਿਆਸਤ ਨਹੀਂ ਹੋਣੀ ਚਾਹੀਦੀ ਸਾਰੀ ਲੀਡਰਸ਼ਿਪ ਨੂੰ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਲੀਡਰਸ਼ਿਪ ਨੂੰ ਗੁਰੂ ਮਹਾਰਾਜ ਦਾ ਸਿਰਫ ਲੋਕ ਹੋਣਾ ਚਾਹੀਦਾ ਕਿਉਂਕਿ ਉਹ ਮਾਮਲਾ ਜਿਸ ਨੇ ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਿਸ ਨੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨ ਦਾ ਕੰਮ ਕੀਤਾ ਤਾਂ ਇਸ ਅਜਿਹੀਆਂ ਸਾਜ਼ਿਸ਼ਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਕਿਉਂਕਿ ਇਹ ਸਿਰਫ ਗੁਰੂ ਮਹਾਰਾਜ ਸਾਹਿਬ ਦੀ ਬੇਅਦਬੀ ਨਾਲ ਜੁੜਿਆ ਮਾਮਲਾ ਨਹੀਂ ਇਸਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ ਕਿਉਂਕਿ ਪੰਜਾਬ ਪਹਿਲਾਂ ਹੀ ਜਿਹੜਾ ਹੈਗਾ ਇਸਦਾ ਖਮਿਆਜ਼ਾ ਪੁਰਾਣੇ ਦੌਰ ਦੇ ਵਿੱਚ ਭੁਗਤ ਚੁੱਕਿਆ 1975 ਤੋਂ ਲੈ ਕੇ 1997-98 ਤੱਕ ਜਿਹੜਾ ਪੰਜਾਬ ਨੂੰ ਖਮਿਆਜ਼ਾ ਭੁਗਤਣਾ ਪਿਆ ਜਦੋਂ ਬਾਹਰਲੀਆਂ ਤਾਕਤਾਂ ਨੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਚਾਹੇ ਦੋ ਜਿਹੜੇ ਅੱਗੇ ਨੇ ਸਮੁਦਾਇ ਉਹਨਾਂ ਦੇ ਵਿੱਚ ਟਕਰਾਅ ਦੀ ਕੋਸ਼ਿਸ਼ ਕਰਾਈ ਹੋਵੇ ਜਾਂ ਫਿਰ ਅਜਿਹੀਆਂ ਹਰਕਤਾਂ ਕਰਵਾਈਆਂ ਜਿਸ ਦੇ ਨਾਲ ਇੱਕ ਸਮੁਦਾਇ ਦੇ ਲੋਕਾਂ ਦੂਸਰੇ ਸਮੁਦਾਇ ਦੇ ਲੋਕਾਂ ਦੇ ਖਿਲਾਫ ਜਾਂ ਅਜਿਹੀ ਮੰਦਭਾਗੀ ਘਟਨਾ ਕਰਵਾ ਕੇ ਪੰਜਾਬ ਦੇ ਲੋਕਾਂ ਨੂੰ ਭੜਕਾਉਣ ਦਾ ਕੰਮ ਕੀਤਾ ਹੋਵੇ ਤਾਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਇਹ ਗੱਲ ਕਹਿੰਦਾ ਹੈ ਕਿ ਉਹ ਹਮੇਸ਼ਾ ਚਾਹੁੰਦੇ ਨੇ ਕਿ ਪੰਥ ਜਿਹੜਾ ਹੈਗਾ ਜੋ ਅੱਜ ਵੀ ਜਿਹੜਾ ਪੰਥ ਨੂੰ ਇਨਸਾਫ ਨਹੀਂ ਮਿਲਿਆ ਤਾਂ ਉਹ ਇਨਸਾਫ ਮਿਲਣਾ ਚਾਹੀਦਾ ਤੇ ਇਸੇ ਕਰਕੇ ਅੱਜ ਸੁਖਬੀਰ ਸਿੰਘ ਬਾਦਲ ਕਿਉਂਕਿ ਤਤਕਾਲੀਨ ਜਿਹੜੇ ਹੈਗੇ ਨੇ ਗ੍ਰਹਿ ਮੰਤਰੀ ਰਹੇ ਨੇ ਉਸ ਸਮੇਂ ਜੋ ਇਹ ਪੂਰੀ ਘਟਨਾ ਵਾਪਰੀ ਸੀ ਤਾਂ ਅੱਜ ਸੁਖਬੀਰ ਸਿੰਘ ਬਾਦਲ ਐਸਆਈਟੀ ਵੱਲੋਂ ਜੋ ਸੰਮਨ ਕੀਤੇ ਗਏ ਨੇ ਉਸ ਨੂੰ ਉਸ ਦੇ ਮੁਤਾਬਕ ਜਿਹੜੇ ਹੈਗੇ ਨੇ ਸਾਹਮਣੇ ਪੇਸ਼ ਹੋਣਗੇ ਹਾਲਾਂਕਿ 11 ਵਜੇ ਦਾ ਸਮਾਂ ਹੈ ਐਸਆਈਟੀ ਸਾਹਮਣੇ ਪੇਸ਼ ਹੋਣ ਦਾ ਇਸ ਤੋਂ ਬਾਅਦ ਕੋਟਕਪੂਰਾ ਗੋਲੀकांड ਨੂੰ ਲੈ ਕੇ ਅਗਲੀ ਜਿਹੜੀ ਹੈਗੀ ਉਹ ਜਿਹੜੇ ਹੈਗੇ ਨੇ ਦੂਸਰੀ ਵੱਖਰੀ ਐਸਆਈਟੀ ਕੰਮ ਕਰ ਰਹੀ ਹੈ ਤਾਂ बिल्कुल सो इस वेले अपने दर्शकों को दस दे कि कुछ ही देर में सुखबीर सिंह बादल ने एसआईटी के सामने पेश होना है आईजीपी नौनिहाल सिंह की अगवाई वाली बनी जो एसआईटी है उसके सामने पेश होणगे सुखबीर सिंह बादल जिस नाल 6 ਸਤੰਬਰ ਨੂੰ पेश होने ਲਈ ਉਹਨਾਂ ਨੂੰ ਕਿਹਾ ਗਿਆ ਸੀ ਹਾਲਾਂਕਿ ਲਗਾਤਾਰ ਜਿੱਥੇ ਸੁਖਬੀਰ ਸਿੰਘ ਬਾਦਲ ਇਹ ਕਹਿੰਦੇ ਆਏ ਨੇ ਕਿ ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਉਹ ਤਿਆਰ ਨੇ ਔਰ एसआईटी ਤੋਂ ਪੂਰਾ ਸਹਿਯੋਗ ਕਰਨਗੇ ਲੇਕਿਨ ਇਸ ਮੌਕੇ ਤੇ ਉਹਨਾਂ ਨੇ ਵਿਰੋਧੀਆਂ ਤੇ ਜੰਮ ਕੇ ਨਿਸ਼ਾਨੇ ਜ਼ਰੂਰ ਸਾਧੇ ਨੇ ਭਾਵੇਂ ਉਹ ਕਾਂਗਰਸ ਹੋਵੇ ਅਤੇ ਹੁਣ ਆਮ ਆਦਮੀ ਪਾਰਟੀ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਉਹ ਡਰਾਮੇਬਾਜ਼ੀ ਦੋਵੇਂ ਪਾਰਟੀਆਂ ਕਰਦੀਆਂ ਆਈਆਂ ਨੇ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਨਜ਼ਰ ਆਈਆਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਇਹ ਸਭ ਦੇ ਸਾਹਮਣੇ ਰਿਹਾ ਹੈ ਕਿਉਂਕਿ ਕਿਤੇ ਇਹ ਸੋ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਰਿਹਾ ਇਹ ਮੁੱਦਾ लेकिन लगातार इतने सियासत होंदी नजर आई रमन तो लगातार सी अपडेट लेने रमन की कुछ जानकारी क्योंकि 11 बजे पेश होना सी क्या हुन अपडेट है सुखबीर सिंह बादल लेके क्या वो निकले ने इत्थों दी अपनी रिहाइश तो बिल्कुल अपने घर तो निकल पए ने सुखबीर सिंह बादल सीधा पार्टी दफ्तर पहुंचेंगे जिथे सीनियर लीडरशिप ਜਿਹੜੀ ਉਹਨਾਂ ਦੀ ਨਾਲ ਜਿਹੜਾ ਹੈਗਾ ਉਹ ਸਿੱਧਾ ਐਸਆਈਟੀ ਦੇ ਸਾਹਮਣੇ ਪੇਸ਼ ਹੋਣ ਲਈ ਨਿਕਲਣਗੇ ਜਿਵੇਂ ਪਹਿਲਾਂ ਵੀ ਜ਼ਿਕਰ ਕਰ ਰਹੇ ਇਸ ਮਾਮਲੇ ਦੀ ਪੂਰੀ ਗੰਭੀਰਤਾ ਨੂੰ ਦੇਖਦੇ ਹੋ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਪਿਛਲੇ ਦਿਨ ਗੱਲ ਕਹੀ ਗਈ ਸੀ ਕਿ ਉਹਨਾਂ ਨੂੰ ਜਿਵੇਂ ਐਸਆਈਟੀ ਵੱਲੋਂ ਕੋਈ ਵੀ ਐਸਆਈਟੀ ਚ ਬੁਲਾ ਦਿੱਤਾ ਉਹ ਪੇਸ਼ ਹੋਣਗੇ ਤਾਂ ਅੱਜ ਆਪਣੇ ਬਿਆਨ ਕਲਮਬੰਦ ਕਰਾਉਣਗੇ
क्योंकि बहुत ਵੱਡਾ ਇਸ਼ੂ ਹੈਗਾ ਔਰ ਇਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਵੀ ਇਸਦੀ ਕੇਸ ਨੂੰ ਜਿਹੜਾ ਹੈਗਾ ਚੰਗੀ ਤਰੀਕੇ ਦੇ ਨਾਲ ਸਮਝਦੇ ਨੇ। ਤਾਂ ਸੁਖਬੀਰ ਸਿੰਘ ਬਾਦਲ ਹੁਣ ਆਪਣੇ ਘਰ ਤੋਂ ਨਿਕਲ ਚੁੱਕੇ ਨੇ ਪਾਰਟੀ ਦਫ਼ਤਰ ਲਈ। ਪਾਰਟੀ ਦਫ਼ਤਰ ਉਹ ਪਹੁੰਚੀ, ਦੇਸਭਗਤ ਪਾਰਟੀ ਦਫ਼ਤਰ ਪਹੁੰਚ ਗਏ, ਜਿੱਥੇ ਸਮੁੱਚੀ ਲੀਡਰਸ਼ਿਪ ਜਿਹੜੀ ਹੈਗੀ ਪਹੁੰਚੀ ਨਾ ਔਰ ਕੁਝ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਸੈਕਟਰ 32 ਪਹੁੰਚੀ ਰਹੀ, ਜਿੱਥੇ ਉਹਨਾਂ ਨੇ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਲ ਹੋਣਾ ਹੈ। ਤਾਂ ਹੁਣ ਜਿਹੜਾ ਹੈਗਾ ਸੁਖਬੀਰ ਸਿੰਘ ਬਾਦਲ ਕੁਝ ਹੀ ਮਿੰਟਾਂ ਦੇ ਬਾਅਦ ਪਾਰਟੀ ਦਫ਼ਤਰ ਪਹੁੰਚ ਰਹੇ ਨੇ। ਪਾਰਟੀ ਦਫ਼ਤਰ ਸੀਨੀਅਰ ਲੀਡਰਸ਼ਿਪ ਦੇ ਨਾਲ ਉਹ ਸਿੱਧਾ ਸੈਕਟਰ 32 ਦੇ ਲਈ ਰਵਾਨਾ ਹੋਣਗੇ ਔਰ ਉੱਥੇ ਜਾ ਕੇ ਜਿਹੜੇ ਆਪਣੇ ਐਸਏ ਦੇ ਸਾਹਮਣੇ ਜਾ ਕੇ ਬਿਆਨ ਕਲਮਬੰਦ ਕਰਵਾਉਣਗੇ। ਹਾਲਾਂਕਿ ਕਿੰਨਾ ਸਮਾਂ ਜਿਹੜੀ ਹੈਗੀ ਉਹਨਾਂ ਤੋਂ ਇਸ ਪੂਰੇ ਮਾਮਲੇ ਜੋ ਸੰਮਣ ਕੀਤੇ ਗਏ ਨੇ ਉਹਨਾਂ ਤੋਂ ਪੁੱਛਗਿੱਛ ਹੁੰਦੀ ਹੈ, ਕਿੰਨਾ ਸਮਾਂ ਉਹਨਾਂ ਦੇ ਬਿਆਨ ਕਲਮਬੰਦ ਕੀਤੇ ਜਾਣਗੇ ਉਹ ਵੀ ਵੇਖਣਾ ਹੋਵੇਗਾ, ਕਿਉਂਕਿ ਸਮੁੱਚੀ ਲੀਡਰਸ਼ਿਪ ਜਿਹੜੀ ਹੈਗੀ ਆ ਇਸ ਮਾਮਲੇ ਜਿਹੜੀ ਹੈਗੀ ਹੁਣ ਦਫ਼ਤਰ ਪਹੁੰਚ ਚੁੱਕੀ ਆ ਔਰ ਉਡੀਕ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਦੀ। ਜਿਵੇਂ ਸੁਖਬੀਰ ਸਿੰਘ ਬਾਦਲ ਪਹੁੰਚਣਗੇ ਤਾਂ ਇੱਥੋਂ ਜਿਹੜੀ ਹੈਗੀ ਸੀਨੀਅਰ ਲੀਡਰਸ਼ਿਪ ਦੇ ਨਾਲ ਉਹ ਰਵਾਨਾ ਹੋ ਜਾਣਗੇ। बिल्कुल। और अजय विचकार कौन कौन जोड़े आगू उन्हां दे नाल मौजूद रहणगे, क्योंकि लगातार ये भी पार्टी एकजुट नजर आई है और साफ तौर पर हर किसी वालों श्रोमणी अकाली दल किया गया है कि जिथे वो चाहते हैं कि इस मामले में साथ सामने आए, क्योंकि लगातार श्रोमणी अकाली दल नूं ढा लाउण दी कोशिशां होईयां ने। बिल्कुल राधा, क्योंकि अज भी समुची लीडरशिप जी है एकजुट नजर आ रही है। तमाम लीडरशिप पार्टी दफ्तर पहुंच के देख सकते हो तस्वीरों के समुची लीडरशिप ਸਮੁੱਚੀ ਲੀਡਰਸ਼ਿਪ ਜਿਹੜੀ ਹੈਗੀ ਇੱਥੇ ਹਾਜ਼ਰ ਹੈ ਔਰ ਇੱਥੋਂ ਹੀ ਜਿਹੜਾ ਹੈਗਾ ਸੁਖਬੀਰ ਸਿੰਘ ਬਾਦਲ ਦੇ ਨਾਲ ਸਮੁੱਚੀ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਸਿੱਧੇ ਜਿਹੜੀ ਹੈਗੀ ਐਸਆਈਟੀ ਦੇ ਸਾਹਮਣੇ ਪੇਸ਼ ਹੋਣ ਦੇ ਲਈ ਸੈਕਟਰ 32 ਦੇ ਲਈ ਰਵਾਨਾ ਹੋਵੇਗੀ। ਤਾਂ तमाम ਲੀਡਰਸ਼ਿਪ ਇੱਥੇ ਦੇਖ ਸਕਦੇ ਹੋ ਇਕਬਾਲ ਸਿੰਘ ਝੁੰਦਾ ਨਜ਼ਰ ਆਉਣਗੇ। ਤਾਂ ਇਸ ਪੂਰੇ ਨੂੰ ਅਕਾਲੀ ਦਲ ਕਿਵੇਂ ਦੇਖਦਾ ਜਦੋਂ ਅੱਜ ਸੁਖਬੀਰ ਸਿੰਘ ਬਾਦਲ ਐਸਆਈਟੀ ਸਾਹਮਣੇ ਪੇਸ਼? ਇਕਬਾਲ ਸਿੰਘ ਝੁੰਦਾ ਨਾਲ ਗੱਲ ਕਰ ਲੈਣੇ। ਝੁੰਦਾ ਸਾਹਿਬ ਕਿਵੇਂ ਵੇਖਦੇ ਹੋ ਜਦੋਂ ਅੱਜ ਦੁਬਾਰਾ ਐਸਆਈਟੀ ਵੱਲੋਂ ਸੰਮਣ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਨੂੰ? ਗੱਲ ਹੈ ਜੀ, ਸਾਰੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ, ਚਾਹੇ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਹੈ, ਇੱਕੋ ਗੱਲ ਤੇ ਕੇਂਦਰਿਤ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿਸ ਤਰ੍ਹਾਂ ਬਦਨਾਮ ਕਰਕੇ ਸਾਡੀ ਲੀਡਰਸ਼ਿਪ ਨੂੰ, ਬਾਦਲ ਪਰਿਵਾਰ ਨੂੰ ਕਿਸ ਤਰ੍ਹਾਂ ਅਸੀਂ ਲੋਕਾਂ ਦੇ ਨਜ਼ਰਾਂ 'ਚ ਅਸੀਂ ਉਹ ਕਮਜ਼ੋਰ ਕਰ ਸਕਦੇ ਹਾਂ। ਪਰੰਤੂ ਤੁਸੀਂ ਦੇਖਿਆ ਕਿ ਚਾਹੇ ਉਹ ਪਹਿਲੀ ਰਿਪੋਰਟ ਕੁੰਵਰ ਵਿਜੇ ਪ੍ਰਤਾਪ ਦੀ ਸੀ, ਉਹਨੂੰ ਵੀ ਹਾਈ ਕੋਰਟ ਨੇ ਕਿਸ ਤਰ੍ਹਾਂ ਦੇ ਉੱਤੇ ਕਮੈਂਟ ਕੀਤੇ ਨੇ ਉਹ ਵੀ ਆਪਾਂ ਸਾਰੇ ਜਾਣਦੇ ਹਾਂ ਔਰ ਸਾਰਾ ਸੰਸਾਰ ਜਾਣਦਾ ਕਿ ਜਿੰਨਾ ਬਾਦਲ ਪਰਿਵਾਰ ਧਾਰਮਿਕ ਤੌਰ ਤੇ ਪਰਪੱਕ ਹੈ। ਠੀਕ ਹੈ, ਅਸੀਂ ਇਸ ਗੱਲ ਨੂੰ ਮਹਿਸੂਸ ਕਰਦੇ ਹਾਂ ਕਿ ਸਾਡੀ ਸਰਕਾਰ ਸਮੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਹੈ, ਪਰੰਤੂ ਇਹਦਾ ਇਹ ਮਤਲਬ ਨਹੀਂ ਹੈ ਕਿ ਸਰਕਾਰ ਦੇ ਸਮੇਂ ਵੀ ਕੋਈ ਘਟਨਾਵਾਂ ਜਿਹੜੀਆਂ ਵਾਪਰਦੀਆਂ ਉਹਦੇ ਲਈ ਆਪਾਂ ਚੀਫ ਮਿਨਿਸਟਰ ਨੂੰ ਦੋਸ਼ੀ ਠਹਿਰਾ ਸਕਦੇ। ਇੱਕ ਗੱਲ ਪੰਜਾਬ ਦੇ ਲੋਕ ਸਮਝਣੇ ਚਾਹੁੰਦੇ, ਪੰਥ ਸਮਝਣਾ ਚਾਹੁੰਦਾ, ਕੇਸ ਜਿਹੜਾ ਹੈਗਾ ਸਭ ਜਾਣਦੇ ਨੇ ਕਿ ਪੰਜਾਬ ਦੀ ਧਰਾਤਲ ਨਾਲ ਜੁੜਿਆ ਹੋਇਆ ਸੀ ਔਰ ਬੜਾ ਗੰਭੀਰ ਮਾਮਲਾ ਸੀ ਇਹ। ਪੰਥ ਔਰ ਗ੍ਰੰਥ ਤੇ ਹਮਲਾ ਹੋਣਾ, ਇਸ ਤੋਂ ਬਾਅਦ ਗਹਿਰੀ ਸਾਜ਼ਿਸ਼ ਤੁਸੀਂ ਲਗਾਤਾਰ ਕਿ ਤੁਹਾਡੀ ਸਰਕਾਰ ਵੀ ਰਹਿੰਦੀ, ਇਸ ਤੋਂ ਬਾਅਦ 15 ਮਹੀਨੇ ਕਾਂਗਰਸ ਦੇ ਜਿਹੜੇ ਹੈਗੇ ਨੇ 2 ਸੀਐਮ ਬਦਲ ਜਾਂਦੇ ਨੇ, 5 ਸਾਲ ਕਾਂਗਰਸ, ਹੁਣ 4 ਮਹੀਨੇ ਤੋਂ ਵੱਧ ਦਾ ਸਮਾਂ ਆਮ ਆਦਮੀ ਪਾਰਟੀ। ਇਨਸਾਫ ਤੱਕ ਕਿਉਂ ਨਹੀਂ ਪਹੁੰਚ ਪਾਈ ਗੱਲ? ਕਿਉਂ ਅੜਿੱਕਾ ਲੱਗਦਾ? ਕਿਉਂ ਸਾਜ਼ਿਸ਼ ਇਸ ਤੇ ਸਿਆਸਤ ਹੁੰਦੀ ਹੈ? ਸਿਆਸਤ ਕਿਉਂ ਭਾਰੀ ਰਹੀ ਹੈ ਪੂਰੇ ਮਾਮਲੇ ਤੇ? ਸਿਆਸਤ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਸਿਆਸਤ ਨਹੀਂ ਜੀ ਕੀਤੀ ਉਸ ਮਸਲੇ ਨਾ ਅਸੀਂ ਕਰ ਸਕਦੇ ਹਾਂ। ਅਕਾਲੀ ਦਲ ਤਾਂ ਬਣਿਆ ਹੀ ਪੰਥ ਔਰ ਗੁਰੂ ਗ੍ਰੰਥ ਸਾਹਿਬ ਦੀ ਰਹਿਨਮਾਈ ਹੇਠ ਹੈ। ਪੰਥ ਦੀ ਗੁਰੂ ਧਾਮਾਂ ਦੀ ਸਾਂਭ ਸੰਭਾਲ ਔਰ ਸਿੱਖ ਕੌਮ ਦੀ ਵਿਰਾਸਤ ਨੂੰ ਸਾਂਭਣਾ ਹੀ ਸਾਡਾ ਮੁੱਦਾ ਸੀ। ਉਹ ਤਾਂ ਜਦੋਂ ਉੱਥੇ ਸੰਤ ਮਹਾਂਪੁਰਸ਼ਾਂ ਨੇ ਧਰਨੇ ਲਾਤੇ, ਉਹ ਜਾਂਚ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਸੀਬੀਆਈ ਨੂੰ ਸੌਂਪਣੀ ਪਈ ਔਰ ਸਾਨੂੰ ਸਮਾਂ ਹੀ ਬਹੁਤ ਘੱਟ ਮਿਲਿਆ। ਸੋ ਇਸ ਕਰਕੇ ਉਹ ਸੀਬੀਆਈ ਕੋਲੇ ਜਾਂਚ ਜਾਣ ਨਾਲ ਸਾਡੇ ਹੱਥੋਂ ਗੱਲ ਨਿਕਲ ਗਈ, ਜਿਸ ਕਰਕੇ ਉਹ ਪੂਰਨ ਰੂਪ ਵਿੱਚ ਸਰਕਾਰ ਦੇ ਹੱਥ ਨੇ, ਜਿਹੜੇ ਹੱਥਾਂ 'ਚ ਬਹੁਤਾ ਕੁਝ ਰਿਹਾ ਨਹੀਂ। ਪਰੰਤੂ ਅਸੀਂ ਜੋ ਸੰਜੀਦਗੀ ਨਾਲ ਯਤਨ ਕੀਤੇ ਔਰ ਜੋ ਵੀ ਸਰਕਾਰ ਕਰ ਸਕਦੀ ਸੀ ਉਹ ਜਿੰਨਾ ਸਮਾਂ ਮਿਲਿਆ ਉਹਦੇ 'ਚ ਪੂਰਾ ਕਰਦੇ ਰਹੇ। ਕੁੰਵਰ ਵਿਜੇ ਪ੍ਰਤਾਪ ਨੇ ਇਸ ਪੂਰੇ ਮਾਮਲੇ ਦੀ ਉਸ ਜਿਹੜੀ ਹੈਗੀ ਇਨਵੈਸਟੀਗੇਸ਼ਨ ਕੀਤੀ ਸੀ। ਉਹ ਹੁਣ ਕਹਿ ਰਹੇ ਨੇ ਕਿ ਸੰਮਨ ਨਾ ਕਰੋ, ਅਰੈਸਟ ਕਰੋ ਸਿੱਧਾ ਸੁਖਬੀਰ ਸਿੰਘ ਬਾਦਲ ਨੂੰ। ਇਹ ਕੁੰਵਰ ਵਿਜੇ ਪ੍ਰਤਾਪ ਵੱਲੋਂ ਸਟੇਟਮੈਂਟ ਦਿੱਤੀ ਗਈ ਹੈ। ਕੁੰਵਰ ਵਿਜੇ ਪ੍ਰਤਾਪ ਤਾਂ ਜੀ ਇੱਕ ਧਿਰ ਹੈ। ਉਹ ਤਾਂ ਪਹਿਲਾਂ ਵੀ ਜਦੋਂ ਉਹ ਬਤੌਰ ਇਨਵੈਸਟੀਗੇਸ਼ਨ ਆਫੀਸਰ ਵੀ ਕੰਮ ਕਰ ਰਿਹਾ ਸੀ, ਉਦੋਂ ਵੀ ਉਹ ਰਾਜਸੀ ਤੌਰ ਤੇ ਕੰਮ ਕਰਦਾ ਸੀ। ਉਹ ਆਮ ਆਦਮੀ ਔਰ ਕਾਂਗਰਸ ਪਾਰਟੀ ਦੇ ਇਸ਼ਾਰੇ ਤੇ ਕੰਮ ਕਰਦਾ ਸੀ। ਉਦੋਂ ਬਾਅਦ ਉਹਦਾ ਚੋਣ ਲੜਨਾ ਆਮ ਆਦਮੀ ਪਾਰਟੀ ਦੀ ਟਿਕਟ ਤੇ, ਉਹ ਤਾਂ ਸਾਰੀਆਂ ਚੀਜ਼ਾਂ ਪ੍ਰਤੱਖ ਹੀ ਹੋ ਗਈਆਂ। ਉਸ ਬੰਦੇ ਦਾ ਕਹਿਣ ਦੀ ਕੀ ਵੈਲਿਊ ਹੈ? ਨਾ ਤਾਂ ਉਹ ਕੋਈ ਨਿਰਪੱਖ ਅਫਸਰ ਰਿਹਾ, ਨਾ ਉਹ ਕੋਈ ਨਿਰਪੱਖ ਪੋਲੀਟੀਸ਼ੀਅਨ ਹੈ। ਉਹ ਤਾਂ ਨਿਰੋਲ ਰੂਪ ਵਿੱਚ ਇੱਕ ਨਿੱਜੀ ਰੰਜਿਸ਼ ਦੇ ਤਹਿਤ ਕੰਮ ਕਰਨ ਦੀ ਗੱਲ ਕਰਦਾ। ਇਸ ਤਰ੍ਹਾਂ ਇਨਵੈਸਟੀਗੇਸ਼ਨਸ ਨਹੀਂ ਹੁੰਦੀਆਂ। ਸੋ ਜੋ ਉਹਦੇ ਉੱਪਰ ਅਦਾਲਤਾਂ ਵੀ ਨੇ, ਜੇ ਸਰਕਾਰਾਂ ਵਧੀਕੀ ਕੋਈ ਕਰਨਗੀਆਂ, ਅਦਾਲਤ ਨੇ ਸਾਨੂੰ ਪਹਿਲਾਂ ਵੀ ਇਨਸਾਫ ਦਿੱਤਾ, ਪਾਰਟੀ ਨੂੰ ਦਿੱਤਾ, ਬਾਲ ਸਾਹਿਬ ਨੂੰ ਦਿੱਤਾ ਔਰ ਹੁਣ ਵੀ ਸਾਨੂੰ ਪੂਰਨ ਭਰੋਸਾ ਕਿ ਜੇ ਕੋਈ ਐਸੀ ਵਧੀਕੀ ਸਰਕਾਰ ਕਰਦੀ ਵੀ ਹੈ ਤਾਂ ਮਾਨਯੋਗ ਕੋਰਟਾਂ ਨੇ ਜਿਹੜੀਆਂ ਉਹ ਸਾਨੂੰ ਹਮੇਸ਼ਾ ਇਨਸਾਫ ਦਿੰਦੀਆਂ ਨੇ ਔਰ ਦੇਣਗੇ। ਰਾਜੂ, ਕਿਸ ਤਰੀਕੇ ਨਾਲ ਦੇ ਦਿਓ ਅੱਜ ਜੋ ਸੰਮਣ ਕੀਤੇ ਗਏ ਨੇ? ਸਮੁੱਚਾ ਅਕਾਲੀ ਦਲ ਵੀ ਅੱਜ ਜਿਹੜਾ ਹੈਗਾ ਇਕੱਠਾ ਨਜ਼ਰ ਆ ਰਿਹਾ। ਕੋਈ ਡਰ ਹੈ ਇਹਦੇ ਪਿੱਛੇ?
ਕੀ ਕਾਰਨ ਕੀ ਆ ਜਿਹੜਾ ਅਕਾਲੀ ਦਲ ਵੀ ਸਾਰਾ ਇਕੱਠਾ ਹੈਗਾ? ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਸਹੀ ਜਾਂਚ ਹੋਣੀ ਚਾਹੀਦੀ ਆ, ਪੋਲੀਟੀਕਲ ਪ੍ਰੈਸ਼ਰ ਜਿਹੜਾ ਹੈਗਾ ਉਸ ਤਰੀਕੇ ਨਾਲ ਜਾਂਚ ਨਹੀਂ ਹੋਣੀ ਚਾਹੀਦੀ। ਦੇਖੋ ਪਹਿਲਾਂ ਕਾਂਗਰਸ ਪਾਰਟੀ ਗੱਲ ਕਰ ਲਈਏ, ਆਮ ਆਦਮੀ ਪਾਰਟੀ ਗੱਲ ਕਰ ਲਈਏ, ਜਿਵੇਂ ਝੁੰਦਾ ਸਾਹਿਬ ਗੱਲ ਕਰ ਰਹੇ ਸੀ ਕਿ ਸਾਰੀਆਂ ਸ਼ਕਤੀਆਂ ਦੀ ਕੋਸ਼ਿਸ਼ ਆ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ, ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਉੱਪਰ ਝੂਠੇ ਮੁਕੱਦਮੇ ਕਰਨੇ ਜਾਂ ਉਹਨਾਂ ਨੂੰ ਬਦਨਾਮ ਕਰਨ ਦੀ ਗੱਲ ਕੀਤੀ ਆ। ਤੁਸੀਂ ਦੇਖੋ ਪਹਿਲਾਂ ਤਾਂ ਬਿਕਰਮ ਸਿੰਘ ਮਜੀਠੀਆ ਦਾ ਝੂਠਾ ਪਰਚਾ ਦਰਜ ਕੀਤਾ ਗਿਆ ਤੇ ਕੋਰਟ ਨੇ ਕਿਸ ਤਰ੍ਹਾਂ ਇਨਸਾਫ ਦਿੱਤਾ ਗਿਆ। ਇੱਦਾਂ ਹੀ ਹੁਣ ਜਿਹੜੀ ਇਹ ਸਿੱਟ ਨੇ ਕਈ ਸਿੱਟਾਂ ਬਣ ਗਈਆਂ। ਕੁੰਵਰ ਵਿਜੇ ਪ੍ਰਤਾਪ ਦੀ ਗੱਲ ਕਰ ਰਹੇ ਸੀ ਪਹਿਲਾਂ, ਸੋ ਮੈਂ ਸਮਝਦਾ ਕਿ ਕੁੰਵਰ ਵਿਜੇ ਪ੍ਰਤਾਪ ਤਾਂ ਇੱਕ ਨਿੱਜੀ ਰੰਜਿਸ਼ ਦੇ ਨਾਲ ਬਾਲ ਸਾਹਿਬ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ। ਤੁਸੀਂ ਦੇਖੋਗੇ ਕਿ ਇਸ ਜੋ ਸਿੱਟ ਨੇ ਬੁਲਾਇਆ ਇਹਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ, ਸ਼੍ਰੋਮਣੀ ਅਕਾਲੀ ਦਲ ਦਾ ਕੋਈ ਇਹਦੇ ਵਿੱਚ ਹੈ ਨਹੀਂ। ਅਸੀਂ ਸਭ ਸਿੱਧਾ ਐਜ ਏ ਸਿੱਖ ਸਭ ਤੋਂ ਪਹਿਲਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੋਆ ਤੇ ਇਹਦੇ ਜਿਹੜੀ ਵੀ ਤੁਹਾਡੇ ਸਾਹਮਣੇ ਆ, ਜੋ ਵੀ ਦੁੱਧ ਪਾਣੀ ਆਪਣੇ ਸਾਡੇ ਸਾਹਮਣੇ ਆਊਗਾ ਤੇ ਸੁਖਬੀਰ ਸਿੰਘ ਜੀ ਬਾਤ ਬੜੀ ਬਿਲਕੁਲ। ਔਰ ਰਮਨ, ਜਿਸ ਤਰ੍ਹਾਂ ਅਸੀਂ ਦੇਖ ਪਾ ਰਹੇ ਹਾਂ ਕਿ तमाम ਲੀਡਰਸ਼ਿਪ ਜਿਹੜੀ ਹੈ ਉਹ ਇਕਜੁੱਟ ਹੋ ਰਹੀ ਹੈ। ਔਰ ਹੁਣ ਦੱਸ ਦਈਏ ਕਿ ਕਿਉਂਕਿ ਇੱਥੋਂ ਦੀ ਨਿਕਲੇ ਨੇ, ਦਫ਼ਤਰ ਵੀ ਪਹੁੰਚੇ ਨੇ ਸੁਖਬੀਰ ਸਿੰਘ ਬਾਦਲ, ਉੱਥੇ ਵੀ तमाम ਆਗੂ ਮੌਜੂਦ ਨੇ। ਦਲਜੀਤ ਸਿੰਘ ਕੋਲ ਚਲਦੇ ਆ। ਦਲਜੀਤ, ਇੱਥੇ ਕੀ ਕੁਝ ਫਿਲਹਾਲ ਮਾਹੌਲ ਬਣਿਆ ਹੋਇਆ ਨਜ਼ਰ ਆ ਰਿਹਾ ਹੈ? ਕਿਉਂਕਿ तमाम ਲੀਡਰਸ਼ਿਪ ਪੂਰਾ ਜਿਹੜਾ ਹੈ ਇਸ ਵੇਲੇ ਸੁਖਬੀਰ ਸਿੰਘ ਬਾਦਲ ਦੇ ਨਾਲ ਖੜੀ ਹੋਈ ਨਜ਼ਰ ਆ ਰਹੀ ਹੈ ਔਰ ਨਾਲ ਦੇ ਨਾਲ ਇਹ ਵੀ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਇਹ ਸਿਰਫ ਇੱਕ ਸਿਆਸੀ ਜਿਹੜਾ ਹੈ ਕਿੜ ਦੇ ਤਹਿਤ ਸਾਰੀ ਕਾਰਵਾਈਆਂ ਹੋ ਰਹੀਆਂ ਨੇ। ਚੰਡੀਗੜ੍ਹ ਦਾ ਜਿਹੜਾ ਸੈਕਟਰ ਹੈ ਸੋ ਫਿਲਹਾਲ ਤਸਵੀਰਾਂ ਦਿਖਾ ਰਿਹਾ ਰਮਨ ਸਾਡੇ ਨਾਲ ਹੈ। ਰਮਨ, ਸੋ ਇੱਥੇ ਅਸੀਂ ਤਸਵੀਰਾਂ ਵੇਖ ਪਾ ਰਹੇ ਹਾਂ ਕਿ ਸੁਖਬੀਰ ਸਿੰਘ ਬਾਦਲ ਪਹੁੰਚ ਚੁੱਕੇ ਨੇ। ਬਿਲਕੁਲ ਰਾਧਾ, ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੀ तमाम ਲੀਡਰਸ਼ਿਪ ਨੂੰ ਮਿਲਣ ਦੇ ਲਈ ਪਹੁੰਚ ਚੁੱਕੇ ਨੇ ਪਾਰਟੀ ਦਫ਼ਤਰ। ਤਾਂ ਹੁਣ ਇੱਥੋਂ ਜਿਹੜਾ ਹੈਗਾ ਕੁਝ ਸਮੇਂ ਬਾਅਦ ਸਿੱਧਾ ਜਿਹੜੇ ਹੈਗੇ ਨੇ ਉਹ ਐਸਆਈਟੀ ਸਾਹਮਣੇ ਪੇਸ਼ ਹੋਣ ਦੇ ਲਈ ਸੈਕਟਰ 32 ਦੇ ਲਈ ਰਵਾਨਾ ਹੋਣਗੇ। ਜਿਵੇਂ ਪਹਿਲਾਂ ਹੀ ਅਕਾਲੀ ਦਲ ਲਗਾਤਾਰ ਇਹ ਗੱਲ ਕਹਿ ਰਿਹਾ ਕਿ ਇੱਕ ਗਹਿਰੀ ਸਾਜ਼ਿਸ਼ ਦੇ ਤਹਿਤ ਜਿਹੜਾ ਹੈਗਾ ਉਹ ਇਸ ਪੂਰੇ ਮਾਮਲੇ ਨੂੰ ਜਿਹੜਾ ਹੈਗਾ ਉਹ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਕਿ ਅਕਾਲੀ ਦਲ ਨੂੰ ਕਿਸੇ ਤਰੀਕੇ ਨਾਲ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਵੇ। ਤਾਂ ਇਸ ਨੂੰ ਲੈ ਕੇ ਅੱਜ ਅਕਾਲੀ ਦਲ ਲਗਾਤਾਰ ਜੋ ਪਹਿਲੇ ਦਿਨ ਤੋਂ ਕਹਿੰਦਾ ਹੈ ਕਿ ਇਨਸਾਫ ਹੋਣਾ ਚਾਹੀਦਾ। ਜਦੋਂ ਵੀ ਕੋਈ ਵੀ ਐਸਆਈਟੀ ਕੋਈ ਵੀ ਕਮਿਸ਼ਨ ਬੁਲਾਵੇਗਾ ਤਾਂ ਕਿਸੇ ਵੀ ਲੀਡਰ ਨੂੰ ਬੁਲਾਵੇਗਾ, ਹਾਜ਼ਰ ਹੋ ਜਾਵੇਗਾ। ਸੁਖਬੀਰ ਸਿੰਘ ਬਾਦਲ ਨੂੰ ਬੁਲਾਇਆ ਗਿਆ ਤਾਂ ਸੁਖਬੀਰ ਸਿੰਘ ਬਾਦਲ ਜਿਹੜੇ ਹੈਗੇ ਨੇ ਉਹ ਪੇਸ਼ ਹੋਣ ਦੇ ਲਈ ਐਸਆਈਟੀ ਦੇ ਸਾਹਮਣੇ। ਇਸ ਤੋਂ ਪਹਿਲਾਂ ਅਕਾਲੀ ਦਲ ਦੀ ਲੀਡਰਸ਼ਿਪ ਦੇ ਨਾਲ ਜਿਹੜਾ ਹੈਗਾ ਉਹ ਇੱਥੇ ਪਹੁੰਚੇ ਨੇ। ਤਾਂ ਹੁਣ ਜਿਹੜਾ ਹੈਗਾ ਸੁਖਬੀਰ ਸਿੰਘ ਬਾਦਲ ਇੱਥੋਂ ਕੁਝ ਸਮੇਂ ਦੇ ਬਾਅਦ ਇੱਥੋਂ ਰਵਾਨਾ ਹੋਣਗੇ। ਤਾਂ ਦੇਖ ਸਕਦੇ ਹੋ ਸੁਖਬੀਰ ਸਿੰਘ ਬਾਦਲ ਤਸਵੀਰਾਂ ਦੇ ਵਿੱਚ ਕਿ ਸੁਖਬੀਰ ਸਿੰਘ ਬਾਦਲ ਇੱਥੇ ਪਹੁੰਚੇ। ਬੀਬੀ ਜਗੀਰ ਕੌਰ ਸਨ, ਬੀਬੀ ਜੀ ਇੱਕ ਵਾਰ ਫਿਰ ਜਿਹੜਾ ਹੈਗਾ ਸੰਮਣ ਕੀਤੇ ਗਏ ਨੇ, ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ। ਕੋਈ ਗੱਲ ਨਹੀਂ ਜੀ, ਨਹੀਂ ਉਹਨਾਂ ਦੀ ਤਸੱਲੀ ਹੁੰਦੀ, ਜੋ ਤਸੱਲੀ ਹੋਏਗੀ ਤੇ ਆਪੇ ਮੁੱਕ ਜਾਏਗਾ ਕੰਮ। ਤਾਂ ਲਗਾਤਾਰ ਸਰਨਾ ਗੋਬਿੰਦ ਸਿੰਘ ਲੌਂਗੋਵਾਲ ਸਾਹਿਬ ਅੱਜ ਫਿਰ ਸੰਮਣ ਕੀਤੇ ਗਏ ਨੇ ਸੁਖਬੀਰ ਸਿੰਘ ਬਾਦਲ ਨੂੰ। ਕਿਵੇਂ ਵੇਖਦੇ ਹੋ? ਹਾਲੇ ਤੱਕ ਇਨਸਾਫ ਤੋਂ ਕੋਹਾਂ ਦੂਰ ਨਜ਼ਰ ਆ ਰਿਹਾ ਪੂਰਾ। ਦੇਖੋ, ਅਸੀਂ ਪਹਿਲਾਂ ਤੋਂ ਹੀ ਕਹਿ ਰਹੇ ਹਾਂ ਕਿ 7 ਸਾਲ ਹੋ ਗਏ ਫਿਰ ਕੇਸ ਚੱਲਦੇ ਨੂੰ। ਉਦੋਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਇਹ ਗੱਲ ਸੀ ਵੀ ਸਾਰੇ ਇਹ ਕੇਸ ਦੇ ਵਿੱਚ ਸਿਆਸਤ ਹੋ ਰਹੀ ਹੈ। ਹੁਣ ਜਿੰਨੀਆਂ ਵੀ ਹੁਣ ਤੱਕ ਇਨਕੁਆਰੀਆਂ ਹੋਈਆਂ ਨੇ ਜਾਂ ਸਿੱਟ ਬੈਠੀਆਂ ਨੇ, ਕਿਸੇ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਨਹੀਂ ਆਇਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ, ਸੁਖਬੀਰ ਸਿੰਘ ਬਾਦਲ ਦਾ ਕਿਤੇ ਵੀ ਨਾਂ ਨਹੀਂ ਆਇਆ, ਜਿੰਨੀਆਂ ਵੀ ਹੁਣ ਤੱਕ ਸਿੱਟ ਨੇ। ਸੋ ਅੱਜ ਵੀ ਮੈਂ ਸਮਝਦਾ ਕਿ ਇੱਕ ਤਰ੍ਹਾਂ ਦੀ ਇਹ ਸਿਆਸਤ ਕੀਤੀ ਜਾ ਰਹੀ ਹੈ। ਸੋ ਇਹਦੇ ਵਿੱਚ ਲੱਭਣਾ ਕੁਝ ਵੀ ਨਹੀਂ ਅੱਜ ਵੀ ਤੁਸੀਂ ਦੇਖੋਗੇ, ਕਿਉਂਕਿ ਇਹ ਸਾਰਾ ਕੁਝ ਇੱਕ ਇਸ ਤਰ੍ਹਾਂ ਦਾ ਮਾਹੌਲ ਬਣਾ ਰਹੇ ਨੇ, ਸਿਆਸੀ ਮਾਹੌਲ ਬਣਾਇਆ ਜਾ ਰਿਹਾ ਹੈ। ਕੁੰਵਰ ਵਿਜੇ ਪ੍ਰਤਾਪ ਵੱਲੋਂ ਵੀ ਇਹ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਗਈ ਸੀ। ਐਸਆਈਟੀ ਦੇ ਉਸ ਸਮੇਂ ਮੈਂਬਰ ਸੀ, ਹਾਈ ਕੋਰਟ ਤੱਕ ਰਿਪੋਰਟ ਗਈ ਸੀ, ਖਾਰਜ ਹੁੰਦੀ ਆ। ਉਸ ਰਿਪੋਰਟ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਜਦੋਂ ਇਸ ਮਾਮਲੇ ਦੀ ਜਾਂਚ ਹੋ ਚੁੱਕੀ ਸੀ? ਦੇਖੋ, ਜਦੋਂ ਕੁੰਵਰ ਪ੍ਰਤਾਪ ਸਿੰਘ ਦੀ ਜਿਹੜੀ ਜਾਂਚ ਸੀ, ਅਸੀਂ ਸ਼ੁਰੂ ਤੋਂ ਹੀ ਕਹਿੰਦੇ ਸੀ ਵੀ ਇਹਦੇ ਵਿੱਚ ਆਮ ਪਾਰਟੀ ਨਾਲ ਰਲੇ ਹੋਏ ਨੇ, ਕਾਂਗਰਸ ਰਲੀ ਹੋਈ ਹੈ। ਤੇ ਉਦੋਂ ਵੀ ਅਸੀਂ ਕਹਿ ਰਹੇ ਸੀ ਉਹ ਗੱਲ ਜਿਹੜੀ ਹੈ ਸੱਚ ਹੋ ਗਈ ਜਦੋਂ ਹਾਈ ਕੋਰਟ ਵੱਲੋਂ ਔਰ ਉਹਨਾਂ ਨੂੰ ਝਾੜ ਵੀ ਪਾਈ ਗਈ। ਹਾਈ ਕੋਰਟ ਨੇ ਇਹ ਵੀ ਕਿਹਾ ਵੀ ਕੋਈ ਪ੍ਰਤਾਪ ਸਿੰਘ ਦੀ ਜਿਹੜੀ ਸਿੱਟ ਹੈ ਇਹਦੇ ਵਿੱਚੋਂ ਜਿਹੜੀ ਸਮੈਲ ਆ ਰਹੀ ਹੈਗੀ, ਆਪਣੇ ਰਾਜਨੀਤੀ ਸਮੈਲ ਆ ਰਹੀ ਹੈ। ਸੋ ਉੱਥੋਂ ਸਾਰਾ ਕੁਝ ਸਾਫ਼ ਹੋ ਗਿਆ ਉਹ ਗੱਲ ਦਾ ਵੀ ਬਿਲਕੁਲ ਜਿਹੜੀ ਉਹਨਾਂ ਨੇ ਕੀਤੀ ਸੀ ਕਿ ਰਾਜਨੀਤਿਕ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਤੇ, ਬਾਦਲ ਪਰਿਵਾਰ ਨੂੰ ਬਦਨਾਮ ਕਰਨ ਵਾਸਤੇ ਸਾਰੀ ਇਹ ਸਾਜ਼ਿਸ਼ ਸੀ। ਤਾਂ ਐਡਵੋਕੇਟ ਅਰਸ਼ਦੀਪ ਕਿਵੇਂ ਦੇਖਦੇ ਹੋ ਜਦੋਂ ਅੱਜ ਤੁਸੀਂ ਜਾ ਰਹੇ ਹੋ? ਤੁਸੀਂ ਕਾਨੂੰਨੀ ਘਾੜੇ ਹੋ, ਪੂਰੇ ਮਾਮਲੇ ਨੂੰ ਦੇਖਿਆ ਹੋਵੇਗਾ, ਕਿਸ ਤਰੀਕੇ ਨਾਲ ਦੇਖਦੇ ਹੋ ਅੱਜ ਜਦੋਂ ਪੇਸ਼ ਹੋਣ ਜਾ ਰਹੇ ਕਿਸ ਤਰੀਕੇ ਦੀ ਤਿਆਰੀ ਹੈ?
ਨਹੀਂ ਦੇਖੋ ਅੱਜ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਉਹ ਇਹ ਚੱਲ ਰਹੇ ਨੇ ਕਿ ਜਦੋਂ ਸਰਕਾਰ ਨੂੰ ਤੁਸੀਂ ਲੋਕ ਹੱਕਾਂ ਦਾ ਕੋਈ ਸਵਾਲ ਕਰੋਗੇ, ਜਦੋਂ ਸਰਕਾਰ ਨੂੰ ਉਹਦੀ ਨੀਤੀਆਂ ਤੇ ਘੇਰੋਗੇ ਤਾਂ ਸਰਕਾਰ ਕਹਿੰਦੀ ਹੈ ਕਿ ਇੱਕ ਜਾਂਚ ਚੱਲ ਰਹੀ ਹੈ ਤੇ ਸੰਮਨ ਆ ਰਿਹਾ। ਪਰ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਹਰ ਕਿਸਮ ਦੀ ਜਾਂਚ ਦੇ ਵਿੱਚ ਸਹਿਯੋਗ ਪਹਿਲਾਂ ਵੀ ਕੀਤਾ, ਅੱਗੇ ਵੀ ਕਰਦੇ ਰਵਾਂਗੇ। ਸੋ ਅਗਰ ਅੱਜ SIT ਨੇ ਬੁਲਾਇਆ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਉੱਥੇ ਜਾਣਗੇ ਤੇ ਜੋ ਪੁੱਛਿਆ ਜਾਏਗਾ ਉਹ ਦੱਸਿਆ ਜਾਏਗਾ। ਕੀ ਕਾਰਨ ਰਹੇ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਵੀ ਇਸ ਤੋਂ 15 ਮਹੀਨੇ ਰਹੀ ਹੈ, ਕੈਪਟਨ ਸਰਕਾਰ ਚੰਨੀ ਮੁੱਖ ਮੰਤਰੀ, 2 ਮੁੱਖ ਮੰਤਰੀ ਬਦਲੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਬਦਲਨੇ ਬਣਦੇ ਨੇ, ਤਾਂ ਹਾਲੇ ਤੱਕ ਇਨਸਾਫ ਤੋਂ ਦੂਰੀ ਕਿਉਂ ਨਜ਼ਰ ਆ ਰਹੀ ਹੈ? ਦੇਖੋ ਮੈਨੂੰ ਇਹ ਲੱਗਦਾ ਵੀ ਨਾ ਹੀ ਤਾਂ ਕਾਂਗਰਸ ਨਾ ਹੀ ਆਮ ਆਦਮੀ ਪਾਰਟੀ ਇਹ ਸਰਕਾਰਾਂ ਦੀ ਇਨਸਾਫ ਦੇਣ ਦੀ ਮਨਸ਼ਾ ਹੀ ਹੈ ਨਹੀਂ। ਬਹੁਤ ਮੰਦਭਾਗੀ ਗੱਲ ਹੈ ਕਿ ਗੋਲੀ ਕਾਂਡ ਨੂੰ ਸਿਰਫ ਵਿਰੋਧੀਆਂ ਦੇ ਵਿਰੁੱਧ ਇੱਕ ਹਥਿਆਰ ਦੇ ਤੌਰ ਤੇ ਵਰਤਿਆ ਜਾ ਰਿਹਾ। ਇਹੀ ਇੱਕ ਕਾਰਨ ਹੈ ਕਿ ਇਹ ਇਸ਼ੂ ਦੇ ਵਿੱਚ ਇਨਸਾਫ ਨਾ ਦੇ ਕੇ ਇਹਨੂੰ ਬਸ ਲਮਕਾਉਣ ਦਾ ਯਤਨ ਸਰਕਾਰਾਂ ਵੱਲੋਂ ਕੀਤਾ ਜਾ ਰਿਹਾ। ਤਾਂ ਰਾਧਾ ਬਿਲਕੁਲ ਜਿਵੇਂ ਅਰਸ਼ਦੀਪ ਕਹਿ ਰਿਹਾ ਕਿ ਲਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਕਿਉਂਕਿ ਇਹ ਅਜਿਹਾ ਮਾਮਲਾ ਹੈਗਾ ਜਿਸ ਤੇ ਸਿਆਸਤ ਪਹਿਲੇ ਦਿਨ ਤੋਂ ਹੁੰਦੀ ਹੈ। ਜਦੋਂ ਦੀ ਬੇਅਦਬੀ ਕਾਂਡ ਪੰਜਾਬ ਦੀ ਧਰਤੀ ਤੇ ਵਾਪਰੇ ਉਸ ਸਮੇਂ ਤੋਂ ਜਿਹੜੀ ਹੈਗੀ ਪੂਰੇ ਇਸ ਮਾਮਲੇ ਦੇ ਵਿੱਚ ਸਿਆਸਤ ਹੁੰਦੀ ਰਹੀ ਔਰ ਲਗਾਤਾਰ ਅਕਾਲੀ ਦਲ ਕਹਿੰਦਾ ਰਿਹਾ ਕਿ ਸਿਆਸਤ ਤੋਂ ਪਰੇ ਹਟ ਕੇ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਇੱਕ ਆਸਥਾ ਨਾਲ ਜੁੜਿਆ ਹੋਇਆ ਮੁੱਦਾ ਪੰਥ ਔਰ ਗ੍ਰੰਥ ਦੀ ਗੱਲ ਹੈਗੀ ਤਾਂ ਇਸ ਦੇ ਵਿੱਚ ਇਨਸਾਫ ਹੋਣਾ ਚਾਹੀਦਾ। ਇਸ ਨੂੰ ਲੈ ਕੇ ਅੱਜ ਸੁਖਬੀਰ ਸਿੰਘ ਬਾਦਲ SIT ਦੇ ਸਾਹਮਣੇ ਪੇਸ਼ ਹੋਣ ਜਾ ਰਹੇ। ਡਾਕਟਰ ਚੀਮਾ ਸਾਹਿਬ ਮੁੜ ਸੰਮਣ ਮੁੜ ਜਿਹੜੇ ਹੈਗੇ ਨੇ ਬਿਆਨ ਦਰਜ ਕਰਵਾਏ ਜਾਣਗੇ। ਦੇਖੋ ਗੱਲ ਇਹ ਹੈ ਕਿ ਸਾਡੀ ਤਾਂ ਡਿਊਟੀ ਬਣਦੀ ਹੈ ਬਤੌਰ ਲਾ ਅਬਾਈਡਿੰਗ ਸਿਟੀਜ਼ਨ ਕਿ ਜੇ ਕੋਈ ਸਰਕਾਰ ਦੀ ਏਜੰਸੀ ਤੁਹਾਨੂੰ ਚਾਹੁੰਦੀ ਹੈ ਕਿ ਇਸ ਮਾਮਲੇ ਦੀ ਤੁਹਾਡੇ ਨਾਲ ਗੱਲ ਕਰਨੀ ਹੈ ਤੇ ਤੁਸੀਂ ਆਪਣੇ ਆਪ ਸਹਿਯੋਗ ਕਰੋ। ਪਹਿਲਾਂ ਵੀ ਅਸੀਂ SIT ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਬੁਲਾਇਆ ਸੀ, ਉਦੋਂ ਵੀ ਗਏ ਸੀ, ਅੱਜ ਬੁਲਾਇਆ, ਅੱਜ ਵੀ ਜਾਣਾ। ਪਰ ਮਕਸਦ ਜਿਹੜੇ ਗੱਲ ਇਸ ਗੱਲ ਦਾ ਕਿ ਇੱਕ ਮੁੱਦੇ ਦੇ ਉੱਤੇ ਕਿੰਨੀ ਕੁ ਗੰਦੀ ਰਾਜਨੀਤੀ ਹੋਰ ਹੋਏਗੀ, ਕਿੰਨੇ ਸਾਲਾਂ ਦੇ ਇਹ ਮੁੱਦੇ ਪੈਂਡਿੰਗ ਹੈ। ਜੇ ਇਹ ਪੋਲੀਟੀਕਲ ਪਾਰਟੀਆਂ ਸਬਰ ਤੋਂ ਕੰਮ ਲੈਂਦੀਆਂ, ਇਹਨਾਂ ਦੀ ਆਤਮਾ ਦੀ ਆਪਣੀ ਆਵਾਜ਼ ਸੁਣਦੀਆਂ, ਸਹੀ ਤਰੀਕੇ ਦੇ ਨਾਲ ਕੋਈ ਜਾਂਚ ਹੋਣ ਦਿੰਦੀਆਂ ਤੇ ਸ਼ਾਇਦ ਕੋਈ ਅਸਲੀ ਦੋਸ਼ੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉਹ ਵੀ ਲੱਭ ਜਾਂਦੇ। ਆ ਬਾਕੀ ਗੱਲਾਂ ਦੇ ਵਿੱਚ ਵੀ ਜੋ ਅਸਲੀਅਤ ਸੀ ਲੋਕਾਂ ਦੇ ਸਾਹਮਣੇ ਆ ਜਾਂਦੀ। ਪਰ ਰਾਜਨੀਤੀ ਇੰਨੀ ਹਾਵੀ ਹੈ ਹੁਣ ਤੱਕ, ਕਿਉਂਕਿ ਜਦੋਂ ਇਲੈਕਸ਼ਨਾਂ 'ਚ ਜਾਂਦੇ ਆ ਬੜੇ ਝੂਠੇ ਵਾਅਦੇ ਲੋਕਾਂ ਦੇ ਨਾਲ ਕਰ ਹੁੰਦੇ, ਬੜੀਆਂ ਵੱਡੀਆਂ ਅਨਾਉਂਸਮੈਂਟਾਂ ਕਰ ਹੁੰਦੇ ਆ, ਜਦੋਂ ਪੂਰੀਆਂ ਨਹੀਂ ਹੁੰਦੀਆਂ ਤੇ ਫਿਰ ਆ ਕੇ ਇਸ ਤਰ੍ਹਾਂ ਦੇ ਆ ਕੇ ਵਾਰ-ਵਾਰ ਡਰਾਮੇ ਕਰਨੇ ਪੈਂਦੇ। ਇਸ ਕਰਕੇ ਇਹ ਤਾਂ ਹੁਣ ਜਿਹੜਾ ਹੈਗਾ ਇਹ ਪਬਲਿਕ ਸਮਝ ਚੁੱਕੀ ਹੈ ਕਿ ਇਹ ਕੰਮ ਜੋ ਕੁਝ ਹੋ ਰਿਹਾ ਰਾਜਨੀਤਿਕ ਹੋ ਰਿਹਾ, ਪਰ ਸਾਡੀ ਡਿਊਟੀ ਬਣਦੀ ਹੈ ਕਿ ਜਾ ਕੇ ਉੱਥੇ ਆਪਣਾ ਪੱਖ ਜਿਹੜਾ ਰੱਖੇ। ਇਸ ਮਾਮਲੇ 'ਚ ਪਹਿਲਾਂ ਵੀ ਇਨਵੈਸਟੀਗੇਸ਼ਨ ਹੋ ਚੁੱਕੀ, ਜੇ ਅਸੀਂ ਵਾਰ-ਵਾਰ ਜ਼ਿਕਰ ਕਰ ਰਹੇ ਹਾਂ ਕੁੰਵਰ ਵਿਜੇ ਪ੍ਰਤਾਪ ਦਾ ਜ਼ਿਕਰ, ਉਹ ਕਹਿੰਦਾ ਸੰਮਨ ਨਾ ਕਰੋ, ਅਰੈਸਟ ਕਰੋ ਸਿੱਧੇ ਸੁਖਬੀਰ ਸਿੰਘ ਬਾਦਲ ਨੂੰ, ਸੱਚ ਸਾਹਮਣੇ ਆ ਜਾਵੇਗਾ। ਦੇਖੋ ਇਸ ਕੇਸ ਦੇ ਵਿੱਚ ਬਹੁਤ ਲੰਬਾ ਸਮਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਨਕੁਆਇਰੀ ਕੀਤੀ ਹੈ। 92 ਸਫ਼ਿਆਂ ਦੀ ਜਿਹੜੀ ਜੱਜਮੈਂਟ ਹੈ ਉਹਦੇ ਖਿਲਾਫ ਆਈ, ਜਿਹਦੇ 'ਚ ਇੰਨੇ ਸਖਤ ਸ਼ਬਦ ਜਿਹੜੇ ਅਦਾਲਤ ਨੇ ਵਰਤੇ ਆ ਕਿ ਉਹਨੂੰ ਨੌਕਰੀ ਛੱਡ ਕੇ ਜਾਣਾ। ਜਿਹੜਾ ਬੰਦਾ ਅੱਜ ਕਹਿੰਦਾ ਅਰੈਸਟ ਕਰਨ ਦੀਆਂ ਗੱਲਾਂ ਕਰਦੇ ਨੂੰ, ਕਿਉਂਕਿ ਉਦੋਂ ਉਸ ਵੇਲੇ ਕਿੱਥੇ ਸੀ ਜਦੋਂ ਯੂਨੀਫਾਰਮ ਪਾਈ ਸੀ। ਯੂਨੀਫਾਰਮ ਨੂੰ ਇੰਨਾ ਬਦਨਾਮ ਕਰ ਦਿੱਤਾ ਕਿ ਸਾਰੀ ਦੀ ਸਾਰੀ ਇਨਵੈਸਟੀਗੇਸ਼ਨ ਕੁਐਸ਼ ਕਰ ਦਿੱਤੀ ਕੋਰਟ। ਉਹ ਬੰਦਾ ਦੱਸੋ ਲੋਕਾਂ ਦੇ ਵਿੱਚ ਆ ਕੇ ਗੱਲ ਕਰਦਾ ਹੈ ਕੋਈ ਇਖਲਾਕੀ ਉਹਦੀ ਗੱਲ ਬਣਦੀ ਕਿ ਕਿਸੇ ਟੈਲੀਵਿਜ਼ਨ ਚੈਨਲ ਚਲਾਉਣੀ ਚਾਹੀਦੀ। ਪਹਿਲਾਂ ਉਹਨੂੰ ਲਿਖ ਕੇ ਪੜ੍ਹਿਆ ਸੁਣਾਉਣਾ ਚਾਹੀਦਾ ਜਿੱਥੇ ਲਿਖਿਆ ਕਿ ਜਾਂਚ ਬੇਹੂਦਾ ਸੀ, ਇਹ ਜਾਂਚ ਬਦਨੀਤੀ ਦੇ ਨਾਲ ਕੀਤੀ ਗਈ। ਇਸ ਤੋਂ ਵੱਡੇ ਲਫ਼ਜ਼ ਅਦਾਲਤ ਕੀ ਵਰਤੇ? ਥਾਂ ਦੇ ਉੱਤੇ ਉਹਨੇ ਦਿਖਾਇਆ ਕਿ ਕਿੰਨੀ ਗੰਦੀ ਰਾਜਨੀਤੀ ਇਸ ਅਫਸਰ ਨੇ ਕੀਤੀ, ਨੌਕਰੀ ਛੱਡ ਕੇ ਤੁਹਾਨੂੰ ਭੱਜਣਾ ਪਿਆ। ਤੇ ਅੱਜ ਹੁਣ ਤੂੰ ਫਿਰ MLA ਬਣ ਕੇ ਸਲਾਹਾਂ ਦੇਣਾ ਵੀ ਤੁਸੀਂ ਇਹਨੂੰ ਵੀ ਅਰੈਸਟ ਕਰਨਾ ਚਾਹੀਦਾ। ਇਸ ਕਰਕੇ ਇਹਨਾਂ ਲੋਕਾਂ ਦੇ ਹੁਣ ਲੋਕੀ ਦੀ ਕਚਹਿਰੀ ਦੇ ਵਿੱਚ ਨਕਾਬ ਉਤਰ ਰਿਹਾ। ਚੀਮਾ ਸਾਹਿਬ ਤੁਸੀਂ ਲਗਾਤਾਰ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਟਾਰਗੇਟ ਕੀਤਾ ਜਾ ਰਿਹਾ, ਟਾਰਗੇਟ ਦੀ ਵਜ੍ਹਾ ਕੀ ਹੈ? ਕਿਉਂ ਅਕਾਲੀ ਦਲ ਦੀ ਲੀਡਰਸ਼ਿਪ ਤੇ ਪੂਰਾ ਨਿਸ਼ਾਨਾ ਪੂਰਾ ਦਰਮਦਾਰ ਰਹਿੰਦਾ? ਦੇਖੋ ਅਕਾਲੀ ਦਲ ਦੀ ਲੀਡਰਸ਼ਿਪ ਤਗੜੀ ਲੀਡਰਸ਼ਿਪ ਰਹੀ ਹੈ, ਇਸ ਕਰਕੇ ਕਾਂਗਰਸ ਦਾ ਵੀ ਸਾਰੀ ਉਮਰ ਇਹੀ ਜ਼ੋਰ ਲੱਗਿਆ ਰਿਹਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਖਤਮ ਕੀਤਾ ਜਾਏ ਤਾਂ ਜੋ ਅਕਾਲੀ ਦਲ ਨੂੰ ਬਦਨਾਮ ਕੀਤਾ ਜਾਵੇ। ਇਹਨਾਂ ਦੀ ਕੋਈ ਇਨਸਾਫ ਮਿਲੇਗਾ। ਅਸੀਂ ਹਮੇਸ਼ਾ ਗੁਰੂ ਤੇ ਭਰੋਸਾ ਰੱਖ ਕੇ ਚੱਲਦੇ ਹਾਂ, ਇੱਕ ਦਿਨ ਸੱਚਾਈ ਲੋਕਾਂ ਦੇ ਸਾਹਮਣੇ। ਤਾਂ ਰਾਧਾ ਬਿਲਕੁਲ ਜਿਵੇਂ ਕਿ ਤਮਾਮ ਲੀਡਰਸ਼ਿਪ ਕਹਿ ਰਹੀ ਹੈ ਕਿ ਇਸ ਤੇ ਮਾਮਲੇ ਦੀ ਗੰਭੀਰਤਾ ਨੂੰ ਸਮਝਣ ਦੀ ਬਜਾਏ ਇਸ ਤੇ ਸਿਆਸਤ ਹੋਈ ਔਰ ਜ਼ਿਕਰ ਜਿਹੜਾ ਹੈਗਾ ਉਹ ਕੁੰਵਰ ਵਿਜੇ ਪ੍ਰਤਾਪ ਵਾਲੀ SIT ਦਾ ਵੀ ਕੀਤਾ। SIT ਦੀ ਜੋ ਫੈਕਟ ਜਿਹੜੇ ਹੈਗੇ ਨੇ ਉਸ ਦੇ ਵਿੱਚ ਦਾਅਵਾ ਕੀਤਾ ਗਿਆ ਸੀ ਕੁੰਵਰ ਵਿਜੇ ਪ੍ਰਤਾਪਪੁਰਾ ਵੱਲੋਂ ਕਿ ਉਹ ਸਹੀ ਕੀਤੇ ਗਏ ਨੇ, ਪਰ ਹਾਈ ਕੋਰਟ ਦੀਆਂ ਟਿੱਪਣੀਆਂ ਦਾ ਜ਼ਿਕਰ ਹੈ ਜਦੋਂ ਪੂਰੀ ਤੇ ਪੂਰੀ ਰਿਪੋਰਟ ਜਿਹੜੀ ਕੁਐਸ਼ ਕੀਤੀ ਗਈ ਸੀ। ਇਸ ਤੋਂ ਬਾਅਦ
ਜਿਹੜੀ ਹੈਗੀਆਂ ਉਹ ਟਿੱਪਣੀਆਂ ਸੀ ਕਿ ਬੇਹੂਦਾ ਜਿਹੜੀ ਇਹ ਰਿਪੋਰਟ ਹੈਗੀ। ਇਸ ਤੋਂ ਬਾਅਦ ਹਾਈ ਕੋਰਟ ਵੱਲੋਂ ਇਹ ਦਿਸ਼ਾ ਨਿਰਦੇਸ਼ ਪੰਜਾਬ ਸਰਕਾਰ ਨੂੰ ਦਿੱਤੇ ਗਏ ਸੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਉਸ ਵੇਲੇ ਪੰਜਾਬ ਦੇ ਵਿੱਚ ਸੀ ਕਿ ADGP ਲੈਵਲ ਦੇ ਅਧਿਕਾਰੀ ਤੋਂ ਇਹ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ। ਇਸ ਤੋਂ ਬਾਅਦ ਉਹ SIT ਵੱਖਰੀ ਬਣਦੀ ਜਿਹੜੀ ਕੋਟਕਪੂਰਾ ਗੋਲੀकांड ਦੀ ਜਾਂਚ ਕਰਦੀ ਹੈ ਔਰ ਬਹਿਬਲ ਕਲਾਂ ਗੋਲੀकांड ਦੀ ਜਾਂਚ ਕਰ ਰਹੀ ਹੈ। ਪਰ ਹਾਲੇ ਵੀ ਜਿਹੜਾ ਹੈਗਾ लगातार अकाली दल की लीडरशिप कह रही है कि असी पहले दिन तो तैयार सी, जो भी कोई भी कमीशन बुलावेगा असी हाजिर होवांगे। तो हुण कुछ ही देर के बाद श्रोमणी अकाली दल की समुची लीडरशिप के नाल सुखबीर सिंह बादल सैक्टर 32 के लिए रवाना होणगे, जिथे उन्होंने तलब किया गया, जिथे उन्होंने SIT के सामने पेश होना। तो हुण सुखबीर सिंह बादल जिहड़े हैगे ने कुछ ही समय के बाद इस तो बाहर निकल बिक्रम मजीठिया जिहड़े हैगे ने, देख रहे हो कि बिक्रम मजीठिया भी हाजिर होए ने और गल करनी मजीठिया साहब तो इत्थों ही जी समुची लीडरशिप जी हैगी हाजिर है और इत्थों जी सैक्टर 32 के लिए रवाना होगी। तो बिल्कुल तो तस्वीरां असीं अपने दर्शकों दिखा रहे हैं कि किस तरह दे नाल इत्थे दलजीत कोल भी चलदे आ लगातार भी बने हुए ने। दलजीत, जिस तरह दे नाल असीं इत्थे तस्वीरां देखियां ने, सुखबीर सिंह बादल पहुंचे ने, तमाम लीडरशिप और इत्थे फिलहाल की कुछ माहौल बिल्कुल राणा चंडीगढ़ के सैक्टर 32 जिथे SIT वालों बुलाया गया सुखबीर बादल नूं, उत्थे जिहड़े अकाली दल के समर्थक है वो इकट्ठे हो रहे हैं। नाल नाल तुहानूं ये भी दस दिए कि पुलिस वालों जिहड़ा 50 मीटर की दूरी उपर जिहड़ा सारिਆਂ ਨੂੰ दूर कर दिता गया, पूरी सिक्योरिटी जिहड़ी इत्थे रखी गई है। चरणजीत बराड़ जी साडे नाल मौजूद है, गल करें बराड़ साहब अज जिहड़ा SIT वालों प्रधान साहब नूं बुलाया गया, एक लगदा सियासी स्टंट है पूरा जी? देखो एक गल है कि सियासत पिछले 5 साल कांग्रेस ने की तो हुण आम आदमी पार्टी कर रही है। और जदों कोटकपूरा गोलीकांड का केस जिहड़ा मानयोग हाई कोर्ट दे विच गया सी, जिहड़ा इन्हां दा हुण आम आदमी पार्टी का MLA कुंवर विजय प्रताप साहब, तो उस वेले इन्होंने तबदीश जो लिखा तो मानयोग हाई कोर्ट दीयां टिप्पणियां ने पन्ना नंबर 73 के उत्ते कि जे मुख्यमंत्री अपने DGP नाल गल कर रहा तो DGP थले SSP नाल गल कर रहा है तो ये कोई माड़ी गल नहीं। पहली गल तो जे वो ना गल करते तो जिस किस्म के हालात बने सी तो लोगों ने यह कहना सी कि रोम जल रहा है और जो नीरो बांसरी बजा रहा है। इस करके मुख्यमंत्री का शलाघायोग कदम है जो उस वेले वॉच कर रहा सी, एक पहलू है। और दूसरा पहलू है कि होम मिनिस्टर साहब सुखबीर सिंह बादल साहब सी जिहड़े सूबे च ना किते नेड़े तेड़े किसी के संपर्क च नहीं सीगे, जिहड़े छुट्टी ते गए हुए सी, ते उन्हां नूं इस गल दे विच बुलाउणा तुहाडे याद होना है पहलां वाली गौरमेंट ने भी इत्थे बुलाया सी और क्वेश्चनिंग कीती सी। और जिथों तक साडी जानकारी है, हो सकदा गलत ना होवे, बहबल कलां दी रिपोर्ट मानयोग कोर्ट दे विच सबमिट हो चुकी है। वो खुली तां नहीं क्योंकि मानयोग हाई कोर्ट ने कहा सी कोटकपूरा ते बहबल कलां इकट्ठियां रिपोर्टां खुलणगियां। अज जदों 500 करोड़ का घपला उजागर हो गया तो जिस दिन जिवें अज प्रैस कानफ्रेंस होनी सी, किसी कारण असीं कल ते कर ली तो गवर्नमेंट नूं लीक हो ही जांदियां गल्लां, ते उस दिन सवेरे नोटिस जारी हो गया, तुहाडे सामने है सारा कुछ। इस करके मैं कहां कि सियासत नहीं होनी चाहिए। अगर होम मिनिस्टर करके परचे होने हैं तो मानयोग हाई कोर्ट की यह भी टिप्पणी सी कि देश का ना कोई मुख्यमंत्री बचेगा ना कोई होम मिनिस्टर बचेगा। और पहला फिर मौजूदा होम मिनिस्टर की गल कर लीए, पटियाले दे विच हिंदू ते सिखां दा पहली बारी क्लैश होया, वरना भावें अतवाद जां उस माहौल भी रहा तो उस वेले भी नहीं कदे होया। तो उत्थे फिर सीनियर अफसरां तो ला के साली पुलिस ने गोलियां चलाइयां। मेरा सवाल है तुहाडे जरिए कि की फिर मुख्यमंत्री साहब जां होम मिनिस्टर ने ऑर्डर दिता सी? जे इत्थे कहंदे आ कि होम मिनिस्टर ऑर्डर दिंदा तो फिर उत्थे भी परचे दर्ज होणगे, क्योंकि बंदा इंजर्ड होया, परचा दर्ज होया तो ना अज तक वैपन रिकवर किया किसी भी पुलिस वाले का, जां किहदे चों गोली चली। इस करके फिर कैप्टन अमरिंदर सिंह की गल कर लीए, बरनाले दे कोले ट्राइडेंट ग्रुप कोले किसानां ने धरना लाया सी ते किसान उत्थे पुलिस की गोली नाल शहीद हो गए सी। की उस होम मिनिस्टर ते परचा दर्ज करोगे? इस तरह माना वाला पिंड है तरन तारण दे विच, उत्थे किसान शहीद हो गए सी, फिर उत्थे भी होम मिनिस्टर ते परचा दर्ज करना चाहिए। इस तरह हुण कल ब्यास दे विच फायरिंग हुई है, कि होम मिनिस्टर साहब ने कहा सी भी पटाके चला दिओ कर गोलियां दे। ये हासो ही नहीं गल्लां ने। मेरी मौजूदा सरकार नूं बेनती है कि किरपा करके इहदे ते सियासत ना करो। पहला 5 साल पहला वाले बीत गए, हुण वाले बीती जांदे ते कोई इहदे नाल फायदा नहीं है। मानयोग हाई कोर्ट कली कली चीज़ नूं वेख रही है, और जिवें पहलां वाली सियासत तो प्रेरित सिट दी रिपोर्ट सी, जे सियासत करनगे तो उस तरह धज्जियां उड्डणगियां। पर सानूं उम्मीद है, मानयोग अदालत ते भी भरोसा है और अफसरां ते भी भरोसा है कि किसी के दबाव थले आउण तो बिना जिहड़ी निरपक्ष जांच करनगे। पर हुंदा की है, मिनिस्टर उठदा है सुखबाद अंदर कि
ਲੋਕਾਂ ਦੇ ਵਿੱਚ ਗਲਤ ਫਹਿਮੀਆਂ ਫੈਲਾਈਆਂ ਜਾ ਰਹੀਆਂ। ਔਰ ਇੱਕ ਹੋਰ ਗੱਲ ਸ਼ੁਰੂ ਕਰਨਗੇ ਕਿ ਬੇਅਦਬੀ ਕਾਂਡ ਦੀ, ਬੇਅਦਬੀ ਜਿਹੜਾ ਗੁਰੂ ਸਾਹਿਬ ਦਾ ਬਰਗਾੜੀ ਵਾਲਾ ਕੇਸ ਸੀ ਉਹਦੀ ਜਿਹੜੀ ਰਿਪੋਰਟ ਹੈ ਮਾਨਯੋਗ ਕੋਰਟ ਦੇ ਵਿੱਚ ਜਾ ਚੁੱਕੀ ਹੈ। ਔਰ ਮਾਨਯੋਗ ਕੋਰਟ ਦੇ ਵਿੱਚ ਜਦੋਂ ਚਲਾਨ ਪੇਸ਼ ਹੋ ਗਿਆ, ਖੁਦ ਮੁੱਖ ਮੰਤਰੀ ਨੇ ਜਾਰੀ ਕਰਤਾ, ਤੇ ਫਿਰ ਬੇਅਦਬੀ ਤਾਂ ਰਹੀ ਨਾ। ਇਹ ਤਾਂ ਸਿਰਫ ਤੇ ਸਿਰਫ ਕਹਿ ਲਈਏ ਕਿ ਜਿਹੜੀ ਹੈਗੀ ਹੈ ਸੋ ਤਸਵੀਰਾਂ ਇੱਕ ਪਾਸੇ ਤੁਹਾਨੂੰ ਜਿੱਥੇ ਦਫ਼ਤਰ ਦੀਆਂ, ਜਿੱਥੇ ਕਿ ਐਸਆਈਟੀ ਦਫ਼ਤਰ ਪੇਸ਼ ਹੋਣਾ, ਉੱਥੇ ਸੁਖਬੀਰ ਸਿੰਘ ਬਾਦਲ ਹੁਣ ਰਵਾਨਾ ਹੋ ਰਹੇ ਨੇ ਆਪਣੇ ਪਾਰਟੀ ਦਫ਼ਤਰ ਤੋਂ। ਰਮਨ, ਸੋ ਇੱਥੋਂ ਦੀ ਹੁਣ ਰਵਾਨਗੀ ਹੋ ਰਹੀ ਹੈ ਸੁਖਬੀਰ ਸਿੰਘ ਬਾਦਲ ਦੀ। ਬਿਲਕੁਲ ਰਾਧਾ, ਸੁਖਬੀਰ ਸਿੰਘ ਬਾਦਲ ਜਿਹੜੇ ਹੈਗੇ ਨੇ ਹੁਣ ਨਿਕਲੇ ਨੇ ਪਾਰਟੀ ਦਫ਼ਤਰ ਤੋਂ, ਨਿਕਲ ਰਹੇ ਨੇ, ਸਿੱਧਾ ਐਸਆਈਟੀ ਸਾਹਮਣੇ ਪੇਸ਼ ਹੋਣਗੇ। ਤਾਂ ਉਹਨਾਂ ਦੇ ਨਾਲ ਸਮੁੱਚੀ ਲੀਡਰਸ਼ਿਪ ਜਿਹੜੀ ਹੈਗੀ ਹੈ ਉਹ ਨਾਲ ਹੈ, ਬੀਬੀ ਜਗੀਰ ਕੌਰ ਔਰ ਤਮਾਮ ਲੀਡਰਸ਼ਿਪ ਜਿਹੜੀ ਹੈਗੀ ਨੇ ਉਹਨਾਂ ਦੇ ਨਾਲ ਇੱਥੋਂ ਰਵਾਨਾ ਹੋਵੇਗੀ। ਤਾਂ ਜਿਵੇਂ ਪਹਿਲੇ ਅਕਾਲੀ ਦਲ ਕਹਿ ਰਿਹਾ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਅਕਾਲੀ ਦਲ ਇਕਜੁੱਟ, ਔਰ ਅਕਾਲੀ ਦਲ ਲਗਾਤਾਰ ਕਹਿੰਦਾ ਆਇਆ ਕਿ ਇਸ ਪੂਰੇ ਮਾਮਲੇ ਦੇ ਵਿੱਚ ਇਨਸਾਫ ਹੋਣਾ ਚਾਹੀਦਾ। ਤਾਂ ਅੱਜ ਜਿਵੇਂ ਬਹਿਬਲ ਕਲਾਂ ਗੋਲੀकांड ਦੇ ਵਿੱਚ ਸੰਮਨ ਸੁਖਬੀਰ ਸਿੰਘ ਬਾਦਲ ਨੂੰ ਕੀਤੇ ਗਏ, ਤਾਂ ਉਹ ਐਸਆਈਟੀ ਦੇ ਸਾਹਮਣੇ ਪੇਸ਼ ਹੋਣ ਦੇ ਲਈ ਇੱਥੋਂ ਰਵਾਨਾ ਹੋਣ ਲੱਗੇ ਨੇ। ਔਰ ਕੁਝ ਹੀ ਦੇਰ ਦੇ ਬਾਅਦ ਐਸਆਈਟੀ ਸੈਕਟਰ 32 ਦੇ ਵਿੱਚ ਜਿੱਥੇ ਉਹਨਾਂ ਨੂੰ ਬੁਲਾਇਆ ਗਿਆ ਉੱਥੇ ਉਹ ਪਹੁੰਚੇਗੀ। ਤਾਂ ਸੁਖਬੀਰ ਸਿੰਘ ਬਾਦਲ ਜਿਹੜੇ ਹੈਗੇ ਨੇ ਪਾਰਟੀ ਦਫ਼ਤਰ ਤੋਂ ਰਵਾਨਾ ਹੋਣ ਲੱਗੇ ਨੇ ਐਸਆਈਟੀ ਦੇ ਸਾਹਮਣੇ ਪੇਸ਼ ਹੋਣ ਦੇ ਲਈ। ਤਾਂ ਕੁਝ ਹੀ ਦੇਰ ਦੇ ਬਾਅਦ ਸਿੱਧਾ ਜਿਹੜਾ ਹੈਗਾ ਐਸਆਈਟੀ ਦੇ ਸਾਹਮਣੇ ਪੇਸ਼ ਹੋਣਗੇ ਸੁਖਬੀਰ ਸਿੰਘ ਬਾਦਲ। ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਸਮੁੱਚੀ ਲੀਡਰਸ਼ਿਪ ਜਿਹੜੀ ਹੈਗੀ ਸੁਖਬੀਰ ਸਿੰਘ ਬਾਦਲ ਦੇ ਨਾਲ ਹੈ। ਸ਼ਰਨਜੀਤ ਸਿੰਘ ਢਿੱਲੋਂ, ਡਾਕਟਰ ਦਲਜੀਤ ਚੀਮਾ, ਬੀਬੀ ਜਗੀਰ ਕੌਰ, ਤਮਾਮ ਲੀਡਰਸ਼ਿਪ ਜਿਹੜੀ ਹੈਗੀ ਆ ਅੱਜ ਨਾਲ ਹੈ। ਔਰ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਆ ਰਿਹਾ, ਦਾਅਵਾ ਕਰਦਾ ਕਿ ਜਿਵੇਂ ਐਸਆਈਟੀ ਕੋਈ ਵੀ ਐਸਆਈਟੀ ਉਹਨਾਂ ਨੂੰ ਬੁਲਾਵੇਗੀ ਤਾਂ ਉਹ ਪੇਸ਼ ਹੁੰਦੇ ਰਹਿਣਗੇ। ਤਾਂ ਅੱਜ ਬਹਿਬਲ ਕਲਾਂ ਗੋਲੀकांड ਦੇ ਵਿੱਚ ਮਾਮਲੇ ਦੇ ਵਿੱਚ ਬੁਲਾਇਆ ਗਿਆ, ਤਾਂ ਸੁਖਬੀਰ ਸਿੰਘ ਬਾਦਲ ਪੇਸ਼ ਹੋਣ ਦੇ ਲਈ ਇੱਥੋਂ ਨਿਕਲ ਚੁੱਕੇ ਨੇ। ਸੈਕਟਰ 32 ਤੋਂ 32 ਲਈ ਨਿਕਲੇ ਨੇ, ਸੈਕਟਰ 28 ਤੋਂ ਪਾਰਟੀ ਹੈੱਡ ਆਫਿਸ ਤੋਂ। ਤਾਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਸੁਖਬੀਰ ਸਿੰਘ ਬਾਦਲ ਪਾਰਟੀ ਹੈੱਡ ਆਫਿਸ ਤੋਂ ਨਿਕਲੇ ਨੇ ਔਰ ਕੁਝ ਹੀ ਦੇਰ ਦੇ ਬਾਅਦ ਸੈਕਟਰ 32 ਐਸਆਈਟੀ ਦੇ ਸਾਹਮਣੇ ਪੇਸ਼ ਹੋਣਗੇ ਸੁਖਬੀਰ ਸਿੰਘ ਬਾਦਲ। ਯਾਰ ਆਪਣੇ ਉੱਥੇ ਅੱਗੇ ਖੜੇ तो फिलहाल अपने दर्शकों को तस्वीरें दिखा रहे हैं जिथे रवानगी हुई है। सुखबीर सिंह बादल पार्टी दफ्तर तो निकले ने, अपनी रिहायश तो निकल के पहला पार्टी दफ्तर गए, अपने तमाम साथियों को मिले और यह श्रोमणी अकाली दल का जो दफ्तर है उतों दी हुण रवाना हुए ने सुखबीर सिंह बादल। SIT के सामने पेश होना है, अज पार्टी दफ्तर तो रवाना हो चुके हैं सुखबीर सिंह बादल ते उन्होंने नाल तमाम जिहड़े लीडर ने श्रोमणी अकाली दल दे, भावें बीबी जगीर कौर होण, डॉक्टर दलजीत सिंह चीमा होण, बिक्रम सिंह मजीठिया भी इत्थे नजर आए सन ते डॉक्टर शरणजीत ढिल्लों। दलजीत लगातार SIT दफ्तर के बाहर तो बने हुए ने जिथे जी दलजीत बिल्कुल राधा हुण तो थोड़ी देर बाद सुखबीर बादल इत्थे SIT दफ्तर पहुंच जाएंगे, दफ्तर पहुंच जाएंगे। साडे नाल गरेवाल जी मौजूद ने। गरेवाल जी, किस तरीके नाल देखदे इस अज दा जिहड़ा पॉलिटिकल गल है, एक फायरिंग हुई जिहदे विच लोकल लैवल ते पुलिस ने एक्शन लिया। साडी सरकार ने उस वेले 4 पुलिस अफसरां दे उल्ट वो नजायज़ होने करके परचा दर्ज किया। तो ये हुण पहला कांग्रेस ड्रामा करती रही, हुण आम आदमी पार्टी करती है। जे आम आदमी पार्टी की लॉजिक नूं गल पुछिया जाए कि जी ये होम मिनिस्टर सीगे दस्सण, ते मूसेवाले की चार्जशीट विच पुलिस ने चार्जशीट च कहा है कि मूसेवाले की सिक्योरिटी विड्रॉ सिटी करना वह कतल का कारण है। तो फिर हुण तां होम मिनिस्टर भी मुलजम चाहिए मुख मूसेवाले मर्डर केस। जे उही गल रखी जाए ना जी, फिर हुण दा होम मिनिस्टर भी उन्ना ही दोषी है जिन्ना जे इन्हां दे कहण मुताबक। ये गल्लां राजनीति लोग बेदबी दे चलान पेश हो गए, बादल साहब दा जां किसी अकाली दा कुछ नहीं। देखो सर सुखबीर सरदार सुखबीर सिंह बादल ने जेड़ा एक्सपोज किया ना हो रहा, अदरवाइज यदि कोई वजह ही नहीं सी, यदि कोई वजह ही नहीं सी। नहीं जिहड़े सरकार मुद्दे प्रधान की कोशिश कर रही है, इस तरह सुखबीर बादल अंदर कर दो, ये लगदा तुहानूं इस तरह सियासी स्टैंड जे सरकार दे अंदर करया हुण फिर मैं निआणे वाली गल्लां करदे ने, कोई गल हैगी है।
ਮੂਸੇਵਾਲੇ ਵਾਲਾ ਜਿਹੜਾ ਜਿਹਦੇ ਨਾਲ ਦੁਨੀਆ ਹਿੱਲ ਗਈ ਉਹਦੇ ਤਾਂ ਕਾਤਲ ਹਲੇ ਤੱਕ ਫੜੇ ਨਹੀਂ ਗਏ, ਡਰਾਮਾ ਕਰ ਰਹੇ ਨੇ ਹੈ ਜੀ। ਤੇ ਇਹ ਅਕਾਲੀ ਦਲ ਨੂੰ ਕਰਕੇ ਇਸ ਕਰਕੇ ਨਾ ਜੀ, ਉਸ ਕਰਕੇ ਹਾਂ ਦੇ ਜਿਹੜੇ ਵਰਕਰ ਗਏ ਇੱਥੇ ਬਾਅਦ ਪੇਸ਼ ਹੋਣਗੇ। ਦੱਸ ਦਈਏ ਕਿ ਪੁਲਿਸ ਵੱਲੋਂ ਇੱਥੇ ਜਿਹੜੇ ਕਿ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਹੋਏ ਨੇ ਤੇ ਨਾਲ 500 ਮੀਟਰ ਦੀ ਦੂਰੀ ਦੇ ਜਿਹੜਾ ਮੀਡੀਆ ਨੂੰ ਤੇ ਜਿਹੜੇ ਸਮਰਥਕਾਂ ਨੂੰ ਜਿਹੜਾ ਰੋਕਿਆ ਗਿਆ ਹੈਗਾ। ਬਿਲਕੁਲ ਸੋ ਜਿੱਥੇ ਕਿ ਇਹ ਤਸਵੀਰਾਂ ਵੇਖ ਪਾ ਰਹੇ ਹਾਂ ਕਿਉਂਕਿ ਸਮਰਥਕ ਵੱਡੀ ਗਿਣਤੀ ਵਿੱਚ ਜੁੜੇ ਨੇ। ਅਹਿਮ ਮੁੱਦਾ ਜਿਹੜਾ ਰਿਹਾ ਹੈ ਇਸ ਨੂੰ ਲੈ ਕੇ ਲਗਾਤਾਰ ਨਿਸ਼ਾਨਾ ਵੀ ਜਿਹੜਾ ਹੈ, ਜਿਸ ਤਰ੍ਹਾਂ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਕਹਿਣਾ ਹੈ ਕਿ ਇਹ ਸਰਕਾਰ ਜਿਹੜਾ ਹੈ ਸਿਰਫ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀ ਆਈ ਹੈ। ਜੇ ਅਸਲ ਦੇ ਵਿੱਚ ਸੱਚਾਈ ਜੇ ਸਾਹਮਣੇ ਲਿਆਉਣੀ ਹੁੰਦੀ ਤਾਂ ਇਹ ਇਸ ਤਰ੍ਹਾਂ ਦੇ ਨਾਲ ਕਾਰਵਾਈ ਨਹੀਂ ਕੀਤੀ ਜਾਂਦੀ। ਲੇਕਿਨ ਇੱਥੇ ਲਗਾਤਾਰ ਕਿਉਂਕਿ ਇਹ ਤਾਂ ਕੋਰਟ ਨੇ ਵੀ ਸੰਗਿਆਨ ਲਿਆ ਸੀਗਾ ਜਦੋਂ ਕਿ ਇਹ ਮਾਮਲਾ ਉਦੋਂ ਪਹਿਲਾਂ ਕੋਰਟ ਪਹੁੰਚਿਆ ਸੀ ਕਿ ਕਿਸ ਤਰ੍ਹਾਂ ਦੇ ਨਾਲ ਇਸ ਵਿੱਚ ਸਿਆਸੀ ਜਿਹੜੀ ਹੈ ਬੂ ਆ ਰਹੀ ਹੈ, ਜਦੋਂ ਕਿ ਖਾਸ ਤੌਰ ਤੇ ਕੁੰਵਰ ਵਿਜੇ ਪ੍ਰਤਾਪ ਇਸ ਨੂੰ ਲੀਡ ਕਰ ਰਹੇ ਸਨ। ਲੇਕਿਨ ਹੁਣ ਇੱਕ ਵਾਰ ਫਿਰ ਇਸ ਮਾਮਲੇ ਵਿੱਚ ਸਮਨ ਜਾਰੀ ਹੋਇਆ ਦਲਜੀਤ। ਲੇਕਿਨ ਸਾਫ਼ ਤੌਰ ਤੇ ਸੁਖਬੀਰ ਸਿੰਘ ਬਾਦਲ ਨੇ, ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਉਹ ਲਗਾਤਾਰ SIT ਦਾ ਸਹਿਯੋਗ ਕਰਨਗੇ ਕਿਉਂਕਿ ਉਹ ਚਾਹੁੰਦੇ ਨੇ ਕਿ ਜਿਹੜਾ ਸੱਚ ਸਾਹਮਣੇ ਆਏ, ਅਸਲ ਦੋਸ਼ੀ ਸਾਹਮਣੇ ਆਣ। ਬਿਲਕੁਲ ਰਾਧਾ, ਲਗਾਤਾਰ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਦੇ ਜਾਂ ਪ੍ਰਧਾਨ ਹੋਣ ਜਾਂ ਪਾਰਟੀ